Hello students, welcome back to my YouTube channel. So let's start next topic of unit 2nd, which is resolution of a vector or rectangular component of a vector in a plane. सब तो पहले ਅਸੀਂ ਬੱਚੇ resolution of a vector पढ़ते हैं कि resolution ਕੀ है. The process of splitting a vector into two or more components. Let us suppose we have a large vector. ਮੰਨ ਲਓ ਇਸ ਤਰ੍ਹਾਂ ਦਾ ਤੁਹਾਡੇ ਕੋਲ ਇੱਕ ਵੈਕਟਰ ਹੈ. ਵੈਕਟਰ ਬੱਚੇ ਧਿਆਨ ਰੱਖਣਾ ਜਿਹਦੀ ਇੱਕ ਹੈਡ ਔਰ ਇੱਕ ਟੇਲ ਹੁੰਦੀ ਆ. आ मान लो कि ਇਹਦੀ ਟੇਲ ਹੈ और आ की ਇਹਦਾ ਹੈਡ. ठीक है, एरो लगाना नहीं भूलना. अगर तुसी सिंपल लाइन इस तरह की लगाने सो दिस इज अ लाइन सेगमेंट. अगर एरो ना शो कर दिया तो इट इज अ वैक्टर. क्लियर हो गया. सो उन्होंने बोलिया कि दिस इज द प्रोसेस. एक इदा दा प्रोसेस है स्प्लिटिंग ऑफ अ वैक्टर इनटू टू और मोर कंपोनेंट्स. मान लो इस वैक्टर ਨੂੰ ਅਸੀਂ 3 पार्ट्स ਦੇ ਵਿੱਚ इक्वल पार्ट्स ਦੇ ਵਿੱਚ डिवाइड कर दिता. इज नोन एज अ रेजोल्यूशन ऑफ वैक्टर. जो इस वैक्टर ਨੂੰ 3 ਭਾਗਾਂ ਦੇ ਵਿੱਚ ਵੰਡ ਦਿੱਤਾ. ਮੰਨ ਲਓ ਅਸੀਂ ਇੱਕ ਵੈਕਟਰ आ बनाता, सेकंड वैक्टर आ बन गया एंड थर्ड वैक्टर आ बन गया. हो गया अलग अलग ਕੰਪੋਨੈਂਟਸ ਦੇ ਵਿੱਚ ਤੋੜ ਦਿੱਤਾ. ਇਸ ਤੋੜਨ ਦੇ ਪ੍ਰੋਸੈਸ ਨੂੰ ਅਸੀਂ ਕੀ ਬੋਲ ਦਿੰਨੇ ਆ, ਰੈਜ਼ੋਲੂਸ਼ਨ ਆਫ ਵੈਕਟਰ. ਐਂਡ ਦ ਪਾਰਟਸ ਆਰ ਸੋ obtained ਆਰ ਨੋਨ ਐਜ਼ ਕੰਪੋਨੈਂਟਸ ਆਫ ਦ ਵੈਕਟਰ. ਸੋ ਛੋਟੇ ਛੋਟੇ ਜੋ ਕੰਪੋਨੈਂਟਸ ਸਾਨੂੰ ਮਿਲੇ ਆ ਬੱਚੇ, ਅਸੀਂ ਇਹਨਾਂ ਨੂੰ ਕੀ ਬੋਲ ਦਾਂਗੇ, ਕੰਪੋਨੈਂਟਸ ਆਫ ਵੈਕਟਰ. ਸੋ ਇੰਨੀ ਚੀਜ਼ ਤੁਹਾਨੂੰ ਅੱਛੀ ਤਰ੍ਹਾਂ ਨਾਲ ਕਲੀਅਰ ਹੋ ਗਈ. नेक्स्ट इज रेक्टेंगुलर कंपोनेंट ऑफ अ वैक्टर इन अ प्लेन. सो असी एक प्लेन दे अंदर, प्लेन की है बच्चे एक्स एक्सिस और वाई एक्सिस. ठीक है, एक्स एक्सिस और वाई एक्सिस. ਇਹਦੇ ਅਲੋਂਗ ਅਸੀਂ ਰੈਕਟੈਂਗੂਲਰ ਕੰਪੋਨੈਂਟ ਬਾਰੇ ਪੜਨ ਜਾ ਰਹੇ ਹਾਂ. ਸਭ ਤੋਂ ਪਹਿਲਾਂ ਤਾਂ ਸਾਨੂੰ ਦੋ ਕੰਪੋਨੈਂਟਸ ਚਾਹੀਦੇ ਆ. ਵੈਨ ਅ ਵੈਕਟਰ ਇਜ਼ ਰਿਜ਼ੋਲਵਡ ਮਤਲਬ ਜਦੋਂ ਉਹਨੂੰ ਤੋੜਿਆ ਗਿਆ ਇਨਟੂ ਕੰਪੋਨੈਂਟਸ. ਕੰਪੋਨੈਂਟ ਮਤਲਬ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਤੋੜਿਆ ਗਿਆ. ਦ ਕੰਪੋਨੈਂਟਸ ਆਰ ਐਟ ਰਾਈਟ ਐਂਗਲ. ਦੋਨੋਂ ਕੰਪੋਨੈਂਟਸ ਨੂੰ ਅਸੀਂ ਰਾਈਟ ਐਂਗਲ ਤੇ ਰੱਖਣ ਲੱਗੇ ਹਾਂ. ਮੰਨ ਲਓ ਇੱਕ ਕੰਪੋਨੈਂਟ ਅਸੀਂ ਆ ਰੱਖ ਦਿੱਤਾ ਵਿਚ ਇਜ਼ AX ਔਰ ਦੂਸਰਾ ਕੰਪੋਨੈਂਟ ਅਸੀਂ ਇਸ ਤਰੀਕੇ ਨਾਲ ਰੱਖ ਦਿੱਤਾ ਵਿਚ ਇਜ਼ AY. ਠੀਕ ਹੈ ਜੀ, ਦੋ ਕੰਪੋਨੈਂਟ ਰੱਖ ਦਿੱਤੇ. ਸੈਂਟਰ ਪੁਆਇੰਟ ਕਿਹੜਾ ਆ, O ਪੁਆਇੰਟ. ਹੁਣ ਇਹਨਾਂ ਦਾ ਕੋਈ ਨਾ ਕੋਈ ਤਾਂ ਰਿਜ਼ਲਟੈਂਟ ਹੋਏਗਾ. ਸੋ ਸੈਂਟਰ ਵਿੱਚ ਇਹਨਾਂ ਦਾ ਕੋਈ ਨਾ ਕੋਈ ਰਿਜ਼ਲਟੈਂਟ ਹੋਏਗਾ ਇਸ ਤਰੀਕੇ ਨਾਲ. ਠੀਕ ਹੈ, ਸੋ ਇਹ ਵਾਲੇ ਕੰਪੋਨੈਂਟਸ ਨੂੰ, ਸੱਚ ਕੰਪੋਨੈਂਟਸ ਆਰ ਕਾਲਡ ਰੈਕਟੈਂਗੂਲਰ ਕੰਪੋਨੈਂਟਸ ਆਫ ਅ ਵੈਕਟਰ. ਇਹਨਾਂ ਕੰਪੋਨੈਂਟਸ ਨੂੰ ਅਸੀਂ ਰੈਕਟੈਂਗੂਲਰ ਕੰਪੋਨੈਂਟ ਕਹਿ ਦਿੰਦੇ ਆ. ਕੰਸੀਡਰ ਅ ਵੈਕਟਰ A ਵੈਕਟਰ ਰਿਪਰੈਜ਼ੈਂਟਡ ਬਾਈ OP. O ਤੋਂ ਲੈ ਕੇ P ਤੱਕ ਰਿਜ਼ਲਟੈਂਟ ਵੈਕਟਰ ਆ ਜਿਹਨੂੰ ਅਸੀਂ ਕਿਹਨਾਂ ਰਿਪਰੈਜ਼ੈਂਟ ਕਰਦੇ ਆ, A ਵੈਕਟਰ ਦੇ ਨਾਲ. ਧਿਆਨ ਰੱਖੋ ਬੱਚੇ, ਤੇ ਹਰ ਇੱਕ ਦੇ ਉੱਪਰ ਵੈਕਟਰ ਲਗਾਉਣਾ ਜ਼ਰੂਰੀ ਆ ਕਿਉਂਕਿ ਅਸੀਂ ਵੈਕਟਰ ਦੀ ਸਟੱਡੀ ਕਰ ਰਹੇ ਹਾਂ. ਠੀਕ ਹੈ ਜੀ. ਲੈਟ OP, O ਤੋਂ ਲੈ ਕੇ P ਤੱਕ ਜਿਹੜਾ ਤੁਹਾਡਾ ਵੈਕਟਰ ਆ ਮੇਕਿੰਗ ਐਨ ਐਂਗਲ ਥੀਟਾ ਵਿਦ ਐਕਸ ਐਕਸਿਸ. ਸੋ ਆਹ ਤੁਹਾਡਾ ਐਕਸ ਐਕਸਿਸ ਦੇ ਨਾਲ ਥੀਟਾ ਐਂਗਲ ਬਣਾ ਰਿਹਾ. ਡਰਾ ਟੂ ਪਰਪੈਂਡੀਕੂਲਰਸ. ਬੱਚੇ ਹੁਣ ਧਿਆਨ ਨਾਲ ਦੇਖੋ, ਅਸੀਂ ਦੋ ਪਰਪੈਂਡੀਕੂਲਰ ਡਰਾ ਕਰਨ ਲੱਗੀਆਂ. PN, P ਤੋਂ ਲੈ ਕੇ N ਤੱਕ ਆਪਣਾ ਸਕੇਲ ਲਓ ਔਰ ਇੱਥੇ ਇੱਕ ਪਰਪੈਂਡੀਕੂਲਰ ਡਰਾ ਕਰ ਦਿਓ PN ਵਿਚ ਇਜ਼ on the x axis. second perpendicular ਅਸੀਂ ਕਿਹੜਾ draw ਕਰਨ ਲੱਗੇ ਆ, PM, P ਤੋਂ ਲੈ ਕੇ M ਤੱਕ which is on the y axis. ਠੀਕ ਹੈ, ਸੋ ਦੋ ਜਿਹੜੇ ਅਸੀਂ perpendiculars draw ਕਰ ਦਿੱਤੇ. the two components are AX vector and AY vector. A ਦੇ ਪੈਰ ਵਿੱਚ X ਉਹਦੇ ਉੱਪਰ vector and A ਦੇ ਪੈਰ ਵਿੱਚ Y ਉਹਦੇ ਉੱਪਰ vector. AX vector and AY vector along ON and OM. ਠੀਕ ਹੈ ਜੀ. ਸੋ ਬੱਚੇ ਥਿਓਰੀ ਜਿੱਦਾਂ ਜਿੱਦਾਂ ਅਸੀਂ ਡਾਇਗਰਾਮ ਡਰਾ ਕਰਦੇ ਜਾ ਰਹੇ ਹਾਂ ਉੱਦਾਂ ਉੱਦਾਂ ਤੁਸੀਂ ਥਿਓਰੀ ਲਿਖ ਸਕਦੇ ਆ. ਥਿਓਰੀ ਨੂੰ ਯਾਦ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਆ, ਸਿਰਫ ਸਮਝਣ ਦੀ ਜ਼ਰੂਰਤ ਆ. ਸਮਝ ਕੇ ਆਪਣੀ ਵਰਡਿੰਗ ਦੇ ਵਿੱਚ ਜਿਸ ਤਰ੍ਹਾਂ ਮਰਜ਼ੀ ਲਿਖ ਸਕਦੇ ਆ. ਨਾਓ ਅਕੋਰਡਿੰਗ ਟੂ ਦ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ. ਵਟ ਇਜ਼ ਦ ਟ੍ਰਾਇੰਗਲ ਲਾਅ? ਟ੍ਰਾਇੰਗਲ ਲਾਅ ਦੇ ਵਿੱਚ ਕੀ ਹੁੰਦਾ ਆ, ਜੋ ਰਿਜ਼ਲਟੈਂਟ ਵੈਕਟਰ ਆ ਉਹਨੂੰ ਅਸੀਂ ਇੱਕ ਪਾਸੇ ਲਿਖ ਦੇਣਾ ਔਰ ਜੋ ਦੇ ਸਿੰਪਲ ਵੈਕਟਰਸ ਆ ਉਹਨੂੰ ਇੱਕ ਪਾਸੇ ਲਿਖ ਦੇਣਾ. ਸੋ ਅਸੀਂ ਛੋਟੀ ਜਿਹੀ ਟ੍ਰਾਇੰਗਲ ਚੂਜ਼ ਕਰਨ ਲੱਗੇ ਆ, ਦਿਸ ਵਨ. ਠੀਕ ਹੈ, ਟ੍ਰਾਇੰਗਲ ਲਾਅ ਕੀ ਕਹਿੰਦਾ ਆ, ਜਿਹੜਾ ਆਪੋਜ਼ਿਟ ਡਾਇਰੈਕਸ਼ਨ 'ਚ ਆ ਉਹਨੂੰ ਇੱਕ ਪਾਸੇ ਲਿਖ ਦਿਓ, ਜਿਹੜੇ ਸੇਮ ਡਾਇਰੈਕਸ਼ਨ ਦੇ ਵਿੱਚ ਆ ਉਹਨੂੰ ਇੱਕ ਪਾਸੇ ਲਿਖ ਦਿਓ. ਹੁਣ ਧਿਆਨ ਦਿਓ, ਆ ਸੀ ਹੈਡ, ਆ ਉੱਪਰ ਚਲਾ ਗਿਆ, ਆ ਸੀ ਹੈਡ. ਇਹਦਾ ਮਤਲਬ ਬੋਥ ਆਰ ਇਨ ਦਾ ਸੇਮ ਡਾਇਰੈਕਸ਼ਨ. ਸੋ ਅਸੀਂ ਇਹਨੂੰ ਕਿੱਦਾਂ ਲਿਖ ਸਕਦੇ ਹਾਂ, ON ਵੈਕਟਰ ਪਲਸ NP ਵੈਕਟਰ. ਦੋਨੋਂ ਸੇਮ ਡਾਇਰੈਕਸ਼ਨ 'ਚ, ਇਸ ਕਰਕੇ ਪਲਸ ਕਰ ਦਿੱਤਾ. ਇਹਨਾਂ ਦੇ ਆਪੋਜ਼ਿਟ ਕੌਣ ਹੈ, ਆਪੋਜ਼ਿਟ ਕੌਣ ਹੈ, ਆ ਹੈਡ ਦੇ ਨਾਲ ਹੈਡ ਮੀਟ ਕਰ ਰਿਹਾ, ਇੱਧਰੋਂ ਟੇਲ ਦੇ ਨਾਲ ਟੇਲ ਮੀਟ ਕਰ ਰਿਹਾ. ਸੋ ਇਜ਼ ਇਕੁਅਲਸ ਟੂ ਕੀ ਆਏਗਾ, OP ਵੈਕਟਰ. ਬੱਚਿਆਂ ਮੈਥਮੈਟੀਕਲ ਪੋਰਸ਼ਨ ਕਲੀਅਰ ਹੋ ਗਿਆ. OP ਕਿਉਂ ਲਿਖਿਆ, ਕਿਉਂਕਿ O ਤੋਂ ਲੈ ਕੇ P ਤੱਕ ਤੁਹਾਡਾ ਜਿਹੜਾ ਆ ਐਰੋ ਜਾ ਰਿਹਾ, O ਤੋਂ P ਵੱਲ ਜਾ ਰਿਹਾ. ਬੱਚੇ ਜੇ ਤੁਸੀਂ PO ਵੈਕਟਰ ਲਿਖ ਦਿੰਦੇ ਆ ਤੇ ਗਲਤ ਹੋ ਜਾਏਗਾ. ਕਿਉਂ ਗਲਤ ਹੋ ਜਾਏਗਾ, ਇਹਦਾ ਮਤਲਬ ਤੁਹਾਡਾ ਵੈਕਟਰ ਇਸ ਤਰੀਕੇ ਨਾਲ ਆ ਰਿਹਾ P ਤੋਂ ਲੈ ਕੇ O ਤੱਕ, ਪਰ ਇਦਾਂ ਤਾਂ ਆ ਨਹੀਂ ਰਿਹਾ ਕਿਉਂਕਿ ਐਰੋ ਕਿੱਧਰ ਆ, P ਵੱਲ ਆ.
ओ वाल नहीं एरो, ठीक है, इस चीज़ का ध्यान रखना। सो इनू लिखांगे किद्दां ओ पी वैक्टर, सो इनू पीओ वैक्टर नहीं लिख सकते। सो बेसिक चीज़ां बच्चे नाल दी नाल वीडियो दे विच एक्सप्लेन कर रही हाँ। सो इदां दीयां सिली मिसटेक्स अपनियां टेस्ट या पेपर दे विच बिल्कुल ना करना, ठीक है। सो नैक्सट देखो ओ तो लैके एन तक, ओ तो लैके एन तक, सो असी वैक्टर किस फॉर्म दे विच लिखिया ओ एन वैक्टर, ओ एन वैक्टर। सो इनू एन ओ वैक्टर नहीं लिख सकते। क्लियर हो गया, क्योंकि थोड़ी टेल कित्थे आ ओ ते और हैड कित्थे आ एन ते। डन। सिमिलरली एन पी, एन तो लेके पी तक, मतलब पी ते जाके हेड आ रहा, सो एन पी वैक्टर। क्लियर हो गया। नाउ पुट द वैक्टर, हुण वैक्टर्स लिखो इन्हां दी जगह ते। वट इज ओ पी, ओ तो लेके पी तक केड़ा वैक्टर आ, ए वैक्टर। सो असीं लिख दिता ए वैक्टर इज इक्वल्स टू वट इज ओ एन, ओ तो लेके एन तक कौन आ, ए एक्स वैक्टर। सो असीं लिख दिता ए एक्स वैक्टर प्लस एन तो लेके पी तक कौन आ, ए वाई वैक्टर। सो असीं लिख दिता ए वाई वैक्टर। Done. So next देखो, where ax and ay are the two rectangular component, ax and ay vector are the two rectangular component of a vector। आ दोनों बच्चे केदे vectors या a vector दे, ठीक है। where i cap and j cap, i दे ऊपर cap, j दे ऊपर कैप। हुण बच्चे आई कैप जे कैप की आ, एक्स एक्सिस दे अलोंग जिहड़ा यूनिट वैक्टर हुंदा आ वो कौन हुंदा, आई कैप। आई कैप कौन आ तुहाडा, यूनिट वैक्टर, जिहदी डायरैक्शन दसदा आ। यूनिट वैक्टर दा काम की हुंदा है, उहदी डायरैक्शन मैंशन करदा आ। सो दूसरी तरफ कौन आ, वाई एक्सिस, वाई एक्सिस दे अलोंग केड़ा कंपोनेंट हुंदा आ, जे वैक्टर। सो जे वैक्टर की आ तुहाडा, यूनिट वैक्टर विच डिस्क्राइब्स द डायरैक्शन। सिमिलरली अगर तुसी बच्चे तीसरा कंपोनेंट लै रहे हैं Z एक्सिस, Z एक्सिस दे अलोंग अगर असी डायरैक्शन मैंशन करनी होवे दैट इज के कैप। सो बेसिकली तीन तरह के यूनिट वैक्टर्स हुंदे आ, आई कैप, जे कैप एंड के कैप। क्लियर हो गई आ चीज। सो असी इत्थे की लिख रहे हैं, आई कैप एंड जे कैप आर द यूनिट वैक्टर्स अलोंग ओ एक्स, ओ एक्स दे अलोंग कौन आ, आई कैप, ओ वाई दे अलोंग कौन आ, जे कैप। OX and OY represent respectively therefore। so therefore ਅਸੀਂ AX ਵੈਕਟਰ ਨੂੰ ਕਿਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਬੱਚੇ ਧਿਆਨ ਨਾਲ ਦੇਖੋ। AX ਵੈਕਟਰ ਨੂੰ ਕਿਸ ਫਾਰਮ ਦੇ ਵਿੱਚ ਲਿਖ ਸਕਦੇ ਹਾਂ, ਇਹਦੀ ਡਾਇਰੈਕਸ਼ਨ, ਇਹਦਾ ਮੇਨ ਕੰਪੋਨੈਂਟ ਕੌਣ ਆ, AX, ਔਰ ਇਹਦੀ ਡਾਇਰੈਕਸ਼ਨ ਕੌਣ ਆ, I कैप। ਸੋ ਨਾਲ ਲਿਖ ਦਿੱਤਾ I कैप। ਸਿਮਿਲਰਲੀ ਅਗਰ ਅਸੀਂ AY ਦੀ ਗੱਲ ਕਰੀਏ, AY ਮਤਲਬ ਤੁਹਾਡਾ ਮੇਨ ਕੰਪੋਨੈਂਟ ਕੌਣ ਆ, AY। ਸੋ डायरेक्शन ਕਿਹੜੀ ਆ, J कैप। सो असी लिख दी J कैप। बच्चे आई जे के क्लियर हो गया। एक्स एक्सिस दे अलोंग आई कैप, वाई एक्सिस दे अलोंग J कैप, Z एक्सिस दे अलोंग K कैप। क्लियर होगी बच्चे इन्नी चीज। सो आ चीज लिखन तो बाद नेक्स्ट देखो, हुण असी A दी वैल्यू फाइंड आउट करनी है इन द फॉर्म ऑफ मैग्नीट्यूड। मैग्नीट्यूड मतलब जिहदे उत्ते वैक्टर्स ना आंदे होण। सो असी छोटा जिहा ट्रायंगल चूज कीता, आही वाला, ठीक है। सो ये असी हुणे हुणे सॉल्व करके हटे हाँ। रिजल्टेंट वैक्टर कौन सी, OP वैक्टर इज इक्वल टू ON वैक्टर प्लस N तो लैके P वैक्टर प्लस N तो लैके P वैक्टर। आ गई आ टर्म, ठीक है। सो नाउ वैल्यूज पुट कीतियां, दिस इज A वैक्टर इज इक्वल टू AX वैक्टर प्लस AY वैक्टर। जस्ट उहदियां वैल्यूज ही पुट कीतियां, होर कुछ नहीं किया। सो दिस इज आर इक्वेशन नंबर 1। जो असीं इनू वैक्टर फॉर्म चो हटा के सिंपल फॉर्म दे विच लिखांगे, A दी जगह ते सिंपल A आ जाएगा, क्योंकि बिल्कुल जिहड़ा रिजल्टेंट आ सेंटर दे विच आ। सो सेंटर दे विच कोई यूनिट कैप नहीं हुंदा, सो उहनूं सिंपल A दी फॉर्म दे विच लिख दिता। AX दी जगह ते असीं की लिख सकदे हां, AX I कैप। हुण वैक्टर हट गया बच्चे, AY J कैप। क्लियर हो गया। सो सिंपल फॉर्म दे विच आ गया। हुण असीं की करना है, डिटरमिन द वैल्यू ऑफ AX एंड AY। असीं हुणे हुणे फाइंड आउट करके हटे हां, AX AY J। हुण असीं आ वाली AX एंड AY दी वैल्यू फाइंड आउट करनी आ। हाउ वी कैन टू फाइंड द वैल्यू ऑफ AX एंड AY। सो असीं छोटे छोटे ट्रायंगल्स चूज करन लगे हां बच्चे। सब तो पहला ट्रायंगल चूज करो ONP, ठीक है। सो असीं लिख रहे हां इन ट्रायंगल ONP। ONP ਦੇ ਵਿੱਚ ਅਸੀਂ ਇੱਕ ਵਾਰੀ ਬੱਚੇ ਸਾइन थीटा ਲਗਾਵਾਂਗੇ, ਇੱਕ ਵਾਰੀ ਅਸੀਂ cos लगावांगे। सब तो पहला ਆਪਾਂ cos थीटा ही लगा ਲੈਂਦੇ ਆ। ਹੁਣ अगर
ਤੁਸੀਂ 10th ਅੱਛੀ ਤਰ੍ਹਾਂ ਨਾਲ ਪੜ੍ਹ ਕੇ ਆਏ ਆ, 9th ਅੱਛੀ ਤਰੀਕੇ ਨਾਲ ਕਰਕੇ ਆਏ ਤਾਂ ਤੁਹਾਨੂੰ cos ਥੀਟਾ ਦੀ ਵੈਲਿਊ ਪਤਾ ਹੋਏਗੀ। ਟ੍ਰਿਗਨੋਮੈਟ੍ਰਿਕ ਪੜ੍ਹੀ ਆ ਬੱਚੇ 10th ਦੇ ਵਿੱਚ ਤੁਸੀਂ। ਟ੍ਰਿਗਨੋਮੈਟ੍ਰਿਕ 'ਚ ਜਲਦੀ ਜਲਦੀ ਦੱਸੋ ਕਿ cos ਥੀਟਾ ਕਿਹਦੇ ਇਕੁਅਲ ਹੁੰਦਾ ਆ? cos ਥੀਟਾ ਇਜ਼ ਇਕੁਅਲਸ ਟੂ ਬੇਸ ਓਵਰ ਹਾਈਪੋਟੇਨਿਊਜ਼। ਜਿਨ੍ਹਾਂ ਨੂੰ ਆਉਂਦਾ ਸੀ ਉਹਨਾਂ ਦੇ ਲਈ ਵੈਰੀ ਗੁੱਡ। ਸੋ ਅੱਗੇ ਦੇਖੋ ਵਟ ਇਜ਼ ਬੇਸ। ਹੁਣ ਧਿਆਨ ਨਾਲ ਦੇਖੋ ਜੀ, ਬੇਸ ਕੀ ਆ ਇੱਥੇ? ਬੇਸ ਤੁਹਾਡਾ ਕੀ ਆ? ON, ਜਿੱਥੇ ਥੀਟਾ ਐਂਗਲ ਔਰ 90 ਡਿਗਰੀ ਦਾ ਐਂਗਲ ਹੋਵੇ ਬੱਚੇ, ਉਹ ਤੁਹਾਡਾ ਬੇਸ ਹੁੰਦਾ। ਸੋ ਦਿਸ ਇਜ਼ ON. What is hypotenuse? Hypotenuse ਕੌਣ ਆ? ਆਹ ਵਾਲੀ ਲਾਈਨ which is OP. ਸੋ ਅਸੀਂ ਲਿਖ ਦਿੱਤਾ OP। ਹੁਣ ਧਿਆਨ ਦਿਓ, ਇੱਥੇ ਅਸੀਂ ਕਿਤੇ ਵੀ ਵੈਕਟਰ ਨਹੀਂ ਲਗਾ ਰਹੇ। ਕਿਉਂ ਨਹੀਂ ਲਗਾ ਰਹੇ? ਕਿਉਂਕਿ ਅਸੀਂ cos ਦੀ ਫਾਰਮ ਦੇ ਵਿੱਚ ਲਿਖ ਰਹੇ ਹਾਂ। ਜਦੋਂ ਵੀ ਅਸੀਂ cos ਜਾਂ sin ਦੀ ਫਾਰਮ ਦੇ ਵਿੱਚ ਲਿਖਦੇ ਹਾਂ ਤਾਂ ਬੱਚੇ ਕਦੇ ਵੀ ਵੈਕਟਰ ਨਹੀਂ ਲਗਾਈਦੇ, ਠੀਕ ਹੈ ਜੀ। ਸੋ cos ਥੀਟਾ ਕਿਹਦੇ ਇਕੁਅਲ ਆ ਜਾਏਗਾ? What is the value of ON? ON ਕਿਹਦੇ ਇਕੁਅਲ ਆ? AX। ਹੁਣ ਅਸੀਂ ਵੈਕਟਰ ਨਹੀਂ ਲਗਾਉਣਾ ਕਿਉਂਕਿ ਅਸੀਂ cos ਦੀ ਫਾਰਮ 'ਚ ਲਿਖ ਰਹੇ ਹਾਂ ਤਾਂ ਵੈਕਟਰ ਨਹੀਂ ਲਗਾਉਣਾ। ਨਾਓ ਵਟ ਇਜ਼ ਦ ਵੈਲਿਊ ਆਫ OP? ਬੱਚੇ O ਤੋਂ ਲੈ ਕੇ P ਤੱਕ ਦੀ ਵੈਲਿਊ ਕਿੰਨੀ ਆ? A। ਸੋ ਦਿਸ ਇਜ਼ ਨਾਟ A ਵੈਕਟਰ ਕਿਉਂਕਿ ਅਸੀਂ ਸਿੰਪਲ ਫਾਰਮ ਦੇ ਵਿੱਚ ਲਿਖ ਰਹੇ ਹਾਂ, ਵੈਕਟਰਸ ਨਹੀਂ ਲਗਾਉਣੇ। ਨਾਓ ਆਹ ਵਾਲਾ A ਨੂੰ ਉੱਧਰ ਲੈ ਜਾਓ, ਸਾਡੇ AX ਦੀ ਵੈਲਿਊ ਕਿੰਨੀ ਆ ਜਾਏਗੀ? A cos theta. Is that clear? So this is our equation number 1. ਠੀਕ ਹੈ। ਇਹ ਤੋਂ ਪਹਿਲਾਂ ਬੱਚੇ ਸਾਨੂੰ ਕਿਸੇ ਵੀ ਇਕੁਏਸ਼ਨ ਦੀ ਜ਼ਰੂਰਤ ਨਹੀਂ ਹੈ। ਜੇ ਬਾਈ ਚਾਂਸ ਕਿਤੇ ਇਕੁਏਸ਼ਨ ਦਿੱਤੀ ਹੋਏਗੀ ਤਾਂ ਉਹਨੂੰ ਰਬ ਕਰ ਦੇਣਾ। ਸੋ ਦਿਸ ਇਜ਼ ਆਰ ਇਕੁਏਸ਼ਨ ਨੰਬਰ 1। ਠੀਕ ਹੈ ਜੀ। ਨੈਕਸਟ ਸਿਮਿਲਰਲੀ ਵੀ ਹੈਵ ਟੂ ਫਾਈਂਡ ਸਾਈਨ ਥੀਟਾ। ਹੁਣ ਬੱਚੇ ਇੱਥੇ ਹੀ ਅਸੀਂ ਸਾਈਨ ਥੀਟਾ ਪਤਾ ਕਰਾਂਗੇ। ਸਾਈਨ ਥੀਟਾ ਪਤਾ ਕਰਨ ਦੇ ਲਈ ਅਸੀਂ ਕੀ ਕਰਤਾ? ਸਾਈਨ ਥੀਟਾ। ਨਾਓ ਅਗੇਨ ਤੁਸੀਂ 10th ਦੇ ਵਿੱਚ ਟ੍ਰਿਗਨੋਮੈਟ੍ਰਿਕ ਮੈਥਡਸ ਪੜ੍ਹ ਕੇ ਆ ਚੁੱਕੇ ਹੋ। ਵਟ ਇਜ਼ ਸਾਈਨ ਥੀਟਾ? ਸਾਈਨ ਥੀਟਾ ਇਜ਼ ਇਕੁਅਲਸ ਟੂ ਪਰਪੈਂਡੀਕੂਲਰ ਓਵਰ ਹਾਈਪੋਟੇਨਿਊਜ਼। ਨਾਓ ਵਟ ਇਜ਼ ਪਰਪੈਂਡੀਕੂਲਰ? ਪਰਪੈਂਡੀਕੂਲਰ ਕੌਣ ਹੈ? P ਤੋਂ ਲੈ ਕੇ N ਤੱਕ। ਸੋ PN ਡਿਵਾਈਡਡ ਬਾਈ ਵਟ ਇਜ਼ ਹਾਈਪੋਟੇਨਿਊਜ਼? ਹਾਈਪੋਟੇਨਿਊਜ਼ ਤੁਹਾਡਾ ਕੀ ਆ? OP। ਸੋ ਅਸੀਂ ਪੁੱਟ ਕਰ ਦਿੱਤਾ OP। ਸੋ ਸਾਈਨ ਥੀਟਾ ਦੀ ਜਗ੍ਹਾ ਤੇ ਸਾਈਨ ਥੀਟਾ ਆ ਗਿਆ। ਵਟ ਇਜ਼ APN? PN ਦੀ ਵੈਲਿਊ ਕਿੰਨੀ ਆ ਬੱਚੇ? AX। ਜਿੰਨੀ ਸਾਹਮਣੇ ਆ ਉਨੀ ਹੀ ਆਹ ਵਾਲੀ ਹੋਏਗੀ ਕਿਉਂਕਿ ਰੈਕਟੈਂਗੂਲਰ ਕੰਪੋਨੈਂਟ ਆ। ਰੈਕਟੈਂਗੂਲਰ ਕੰਪੋਨੈਂਟ ਪੈਰਲੋਗ੍ਰਾਮ ਸੇਮ ਚੀਜ਼ ਆ ਕਿ ਆਮਨੇ ਸਾਹਮਣੇ ਵਾਲੇ ਜਿਹੜੇ ਐਂਗਲਸ ਰੇਖਾਵਾਂ ਹੁੰਦੀਆਂ ਆ ਉਹ ਸੇਮ ਹੁੰਦੀਆਂ ਆ, ਠੀਕ ਹੈ। ਆਪੋਜ਼ਿਟ ਸਾਈਡਸ ਆਰ ਇਕੁਅਲ। ਇਟ ਮੀਨਸ ਅਗਰ ਆ AX ਆ ਤਾਂ ਦਿਸ ਇਜ਼ ਆਲਸੋ y। ਅਗਰ ਇਹ AY ਆ ਤਾਂ ਦਿਸ ਇਜ਼ ਆਲਸੋ AY। ਸੋ ਅਸੀਂ ਕੀ ਪੁੱਟ ਕਰ ਰਹੇ ਹਾਂ? AY ਡਿਵਾਈਡਡ ਬਾਈ ਵਟ ਇਜ਼ OP? OP ਦੀ ਵੈਲਿਊ ਕਿੰਨੀ ਆ? A। ਅਗੇਨ A ਉਧਰ ਲੈ ਜਾਓ। AY ਦਾ ਆਂਸਰ ਕਿੰਨਾ ਆ ਜਾਏਗਾ? A sin theta. So this is our equation number 2. Done. Now square and add equation number 1 and 2. ਅਸੀਂ ਬੱਚੇ equation number 1 and 2 ਨੂੰ square and add ਕਰਨ ਲੱਗੇ ਹਾਂ। ਸੋ ਇੱਥੇ ਲਿਖੋ squaring and adding equation number 1 and 2. ਬੱਚੇ equation number 1 ਸਾਡੀ ਕੀ ਸੀ? AX। ਹੁਣ square ਕਰਨਾ ਆ, square ਕਰਨਾ ਤਾਂ square ਕਰ ਦਿੱਤਾ, ठीक है। प्लस ऐड भी करना, प्लस ਇਹਦਾ ਸਕੁਅਰ ਕਰੋ AY ਸਕੁਅਰ इज इक्वल टू, दोनों ਨੂੰ इक्वल टू कर ਦਿੱਤਾ। सो ਸਾਡੀ वैल्यू कितनी आ जाएगी? A ਸਕੁਅਰ cos ਸਕੁਅਰ थीटा प्लस ਜਦੋਂ ਇਹਦਾ ਸਕੁਅਰ ਕਰਾਂਗੇ ਬੱਚੇ ਕੀ ਆ ਜਾਏਗਾ? A ਸਕੁਅਰ sin ਸਕੁਅਰ थीटा। डन। इन्नी चीज़ अच्छी तरीके ਨਾਲ क्लियर होगी। नाउ टेक A ਸਕੁਅਰ कॉमन, दोनों च A ਸਕੁਅਰ कॉमन आ रहा, अंदर की आ जाएगा? cos ਸਕੁਅਰ ਥੀਟਾ ਪਲਸ sin ਸਕੁਅਰ ਥੀਟਾ। ਬੱਚੇ 10th ਦੇ ਵਿੱਚ ਤੁਸੀਂ ਆਇਡੈਂਟੀਟੀ ਕਰਕੇ ਆ ਚੁੱਕੇ ਆ। sin ਸਕੁਅਰ ਥੀਟਾ ਪਲਸ cos ਸਕੁਅਰ ਥੀਟਾ ਇਜ਼ ਇਕੁਅਲਸ ਟੂ, ਜਿਹੜੇ ਬੱਚਿਆਂ ਨੂੰ ਅੱਛੀ ਤਰੀਕੇ ਨਾਲ 10th ਪੜ੍ਹ ਕੇ ਆਏ ਆ ਨਾ ਫਾਰਮੂਲਾ ਜਲਦੀ ਜਲਦੀ ਬੋਲ ਦਿਓ ਬੱਚੇ। ਕੀ ਆਏਗਾ ਤੁਹਾਡਾ ਆਨਸਰ? sin ਸਕੁਅਰ ਥੀਟਾ ਪਲਸ cos ਸਕੁਅਰ ਥੀਟਾ ਇਜ਼ ਇਕੁਅਲਸ ਟੂ 1। ਸੋ ਵੈਰੀ ਗੁੱਡ ਫॉर ਦੋ ਸਟੂਡੈਂਟ ਜਿਨ੍ਹਾਂ ਨੇ ਆਨਸਰ ਦਿੱਤਾ ਆ, ठीक है जी। सो ਆਪਾਂ sin ਸਕੁਅਰ ਥੀਟਾ ਪਲਸ cos ਸਕੁਅਰ ਥੀਟਾ ਦੀ ਜਗ੍ਹਾ ਤੇ ਕੀ ਪੁੱਟ ਕਰ ਦਿੱਤਾ? 1। ਸੋ ਇਹਨੂੰ ਉਲਟਾ ਪੁਲਟਾ ਲਿਖ ਸਕਦੇ ਹਾਂ, sin ਸਕੁਅਰ ਥੀਟਾ ਪਲਸ cos ਸਕੁਅਰ ਥੀਟਾ, ਚਾਹੇ cos ਸਕੁਅਰ ਥੀਟਾ ਪਲਸ sin ਸਕੁਅਰ ਥੀਟਾ। ਸੋ 1 ਆ ਜਾਏਗਾ। ਜਦੋਂ A ਸਕੁਅਰ ਨੂੰ 1 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਵੀ ਗੈਟ 1। ਸੋ ਨੈਕਸਟ ਸਟੈਪ ਦੇ ਵਿੱਚ ਅਸੀਂ ਰਬ ਕਰ ਦਿੱਤਾ, ਡਾਇਰੈਕਟ ਇਸ ਤਰੀਕੇ ਨਾਲ ਲਿਖ ਦਿੱਤਾ। ਨਾਓ ਅਸੀਂ ਸਿਰਫ A ਦਾ ਆਨਸਰ ਨਿਕਾਲਣਾ ਚਾਹੁੰਦੇ ਹਾਂ। ਸੋ ਸਕੁਅਰ ਨੂੰ ਦੂਸਰੀ ਤਰਫ ਲੈ ਜਾਓ ਤਾਂ ਅੰਡਰ ਰੂਟ ਬਣ ਜਾਏਗਾ। ਸੋ ਵੀ ਗੈਟ A is equals to under root AX square plus AY square. Done. So this is the magnitude of the two vectors. So last ਦੇ ਵਿੱਚ ਇੱਕ ਲਾਈਨ ਲਿਖੋਗੇ।
which is the magnitude of a vector। a vector ਦਾ ਅਸੀਂ magnitude ਨਿਕਾਲਿਆ ਬੱਚੇ simple a ਦੀ form ਦੇ ਵਿੱਚ। magnitude of a vector ਦਾ ਮਤਲਬ ਕੀ ਆ, simple a, ठीक है। magnitude of a vector in terms of the magnitude of their components। magnitude of their components मतलब ax plus ay ਦੇ ਵਿੱਚ ਕੱਢਿਆ, ਨਾ ਕਿ ਅਸੀਂ a vector plus ay vector ਦੇ ਵਿੱਚ ਕੱਢਿਆ, ठीक है जी। ਸੋ ਕਲੀਅਰ ਹੋ ਗਿਆ ਬੱਚੇ ਮੈਗਨੀਟਿਊਡ ਕੀ ਆ। ਮੈਗਨੀਟਿਊਡ ਆਫ a ਵੈਕਟਰ ਇਜ਼ ਇਕੁਅਲ in the term of magnitude of ax and ay its component। ਕਲੀਅਰ ਹੋ ਗਈ ਬੱਚੇ ਇੰਨੀ ਚੀਜ਼। ਅਗਰ ਕਿਤੇ ਵੀ ਕੋਈ ਦਿੱਕਤ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ। ਨੈਕਸਟ ਦੇਖੋ, ਲਾਸਟ ਅਸੀਂ ਕਰਨ ਲੱਗਿਆ ਡਾਇਰੈਕਸ਼ਨ ਫਾਈਂਡ ਆਊਟ ਕਰਨੀ ਆ। ਸੋ ਲਿਖੋ the angle theta can be calculated by dividing equation number 2 by equation number 1। the angle theta can be calculated by dividing equation number 2 by 1। now what is equation number 2 बच्चे 2 equation की आई सी a sin theta। so साडी equation आई सी a sin theta is equals to a y। similarly second साडी first equation की आई सी a cos theta is equals to a ਦੇ ਪੈਰ ਵਿੱਚ y। ਸੋ ਇੱਥੇ ਜੋ ਕੱਟਿਆ ਜਾ ਰਿਹਾ ਕੱਟ ਦੋ, ਇਹਦੇ ਨਾਲ a ਕੱਟ ਦਿੱਤਾ। sin theta over cos theta, ਹੁਣ trigonometric again ਤੁਹਾਨੂੰ ਯਾਦ ਹੋਏਗੀ what is sin over cos, tan theta। so tan theta is equals to ay divided by ax। क्लियर होगी बच्चे इन्नी चीज। सो असी tan थीटा नहीं फाइंड आउट करना, असी सिर्फ और सिर्फ एंगल पता करना। सो एंगल पता करना इट मीनस असी कला थीटा पता करना। सो tan नू दूसरी तरफ ले जाओ बच्चे, जो tan नू दूसरी तरफ लेके जावांगे तो tan जिहड़ा इनवर्स विच चला जाएगा। सो दिस इज tan इनवर्स a y डिवाइडेड बाय ax। बच्चे नू tan -1 नहीं बोलते, इट्स इनवर्स ऑफ tan, ठीक है। हुण कुछ बच्चे गलती की करते, वो लिखते आ ए वाई ओवर ए एक्स टैन इनवर्स। बच्चे इस तरह लिखोगे तो डायरैक्ट कांटा वज जाएगा। सो टैन पहला लिखना हुंदा। तुसी ऑलवेज 10th विच पढ़ते आ रहे हैं साइन थीटा कॉस थीटा, की तुसी कदे लिखिया थीटा साइन नहीं ना लिखिया। अगर तुसी आ नहीं लिखिया तो तुसी इस तरीके नाल भी नहीं लिख सकते। तो सो ध्यान रखना बच्चे, जिहड़ी चीज़ शुरू तो बच्चे गलतियां करते हैं, मैं ट्राई करती हाँ कि वीडियो दे विच वो चीज़ एक्सप्लेन करा कि इस तरीके ना नहीं करना, ठीक है। सो लास्ट विच इहदा रिजल्ट की लिखोगे विच गिव्स द डायरेक्शन ऑफ आर वैक्टर, विच गिव्स द डायरेक्शन ऑफ ए वैक्टर। सो ए वैक्टर दी डायरेक्शन मैंशन करता। क्लियर हो गया बच्चे। इस वीडियो दे विच असी रेक्टेंगुलर कंपोनेंट दी डायरेक्शन एंड मैग्नीट्यूड दोनों फाइंड आउट कीतिया। सो ये बच्चे मोस्ट इंपॉर्टेंट आर्टिकल सी जो तुहाडे एग्जाम दे विच 5 मार्क्स दा पुछया जा सकदा है। सो जिथे भी तुहानू कोई मैथमैटिकल पोर्शन दी कोई प्रॉब्लम होवे या तुहानू कुछ ना समझ लग्या होवे तां तुसी पुछ सकदे आ। थैंक यू सो मच।